ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਕਮਲਪ੍ਰੀਤ ਸਿੰਘ ਤੇ ਲੈ ਕੇ ਹਾਜ਼ਰ ਹਾਂ ਦੁਨੀਆ ਭਰ ਦੀਆਂ ਚੋਣਵੀਆਂ ਖਬਰਾਂ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਅਮਰੀਕੀ ਹਾਊਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਵਾਲੇ ਬਿੱਲਾਂ ਨੂੰ ਅੱਗੇ ਵਧਾਇਆ। ਅਮਰੀਕੀ ਸੈਨੇਟ ਨੇ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ। ਅਮਰੀਕਾ ਨੇ ਮਿਆਂਮਾਰ ਮੰਤਰਾਲਾ ਆਰਮੀ ਸਮੂਹ ਤੇ ਵਪਾਰ ਤੇ ਲਾਈ ਪਾਬੰਦੀ। ਫਰਾਂਸ ਦੇ ਜਹਾਜ਼ 'ਚ ਖੋਰੂ ਕਾਰਨ ਬੁਲਗਾਰੀਆ ਵਿੱਚ ਐਮਰਜੈਂਸੀ ਲੈਂਡਿੰਗ। ਐਰੀਜ਼ੋਨਾ 'ਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਕੋਰੋਨਾ ਟੀਕੇ ਦੀ ਪੇਸ਼ਕਸ਼। ਕੈਲੀਫੋਰਨੀਆ ਵਿੱਚ ਕੋਵਿਡ-19 ਟੀਕੇ ਦੀਆਂ 10 ਮਿਲੀਅਨ ਖੁਰਾਕਾਂ ਦਿੱਤੀਆਂ। ਅਤੇ ਪਾਕਿਸਤਾਨ 'ਚ ਇਮਰਾਨ ਦੀ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਹੋਰ ਖਾਸ ਖਬਰਾਂ। ਬਾਈਡਨ ਪ੍ਰਸ਼ਾਸਨ ਨੇ ਟਰੰਪ ਨੂੰ ਅਮਰੀਕਾ ਮੈਕਸੀਕੋ ਸਰਹੱਦ ਦੇ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਦੇ ਸਾਬਕਾ ਸੀਨੀਅਰ ਸਲਾਹਕਾਰ ਸਟੀਫਨ ਮਿਲਰ ਡੈਮੋਕ੍ਰੇਟਸ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਲਈ ਦਾ ਇਨਕਮ ਐਂਗਲ ਨਾਲ ਜੁੜੇ ਹਾਊਸ ਡੈਮੋਕ੍ਰੇਟਸ ਦੋ ਬਿੱਲਾਂ ਤੇ ਜ਼ੋਰ ਦੇ ਰਹੇ ਹਨ ਜੋ ਆਉਣ ਵਾਲੇ ਹਫ਼ਤਿਆਂ ਵਿੱਚ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣਗੇ। ਇੱਥੋਂ ਤੱਕ ਕਿ ਬਾਈਡਨ ਪ੍ਰਸ਼ਾਸਨ ਦੱਖਣੀ ਸਰਹੱਦ ਤੇ ਤੇਜ਼ੀ ਨਾਲ ਵੱਧ ਰਹੇ ਸੰਕਟ ਨਾਲ ਨਜਿੱਠਣ ਲਈ ਤਿਆਰ ਹੈ। ਡੈਮੋਕ੍ਰੇਟਸ ਨੇ ਇਸ ਹਫ਼ਤੇ ਐਲਾਨ ਕੀਤਾ ਸੀ ਕਿ ਉਹਨਾਂ ਨੇ ਅਮਰੀਕੀ ਡ੍ਰੀਮ ਐਂਡ ਪ੍ਰੋਮਿਸ ਐਕਟ ਅਤੇ ਫਾਰਮ ਵਰਕਫੋਰਸ ਮਾਡਰਨਾਈਜੇਸ਼ਨ ਐਕਟ ਦੋਵਾਂ ਬਿੱਲਾਂ ਨੂੰ ਦੁਬਾਰਾ ਪੇਸ਼ ਕੀਤਾ ਸੀ ਜੋ ਪਿਛਲੀ ਕਾਂਗਰਸ ਵਿੱਚ ਪੇਸ਼ ਕੀਤੇ ਗਏ ਸਨ ਪਰ ਕਦੀ ਵੀ ਕਾਨੂੰਨ ਨਹੀਂ ਬਣੇ। ਸਦਨ ਦੀ ਸਪੀਕਰ ਨੈਂਸੀ ਪੈਲੋਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਡੈਮੋਕ੍ਰੈਟਿਕ ਸਦਨ ਇਹ ਮਹੱਤਵਪੂਰਨ ਬਿੱਲ ਪਾਸ ਕਰੇਗਾ ਅਤੇ ਸਾਡੀ ਦੇਸ਼ ਦੀ ਪ੍ਰਵਾਸੀ ਵਿਰਾਸਤ ਦਾ ਸਨਮਾਨ ਕਰਨ ਲਈ ਅਤੇ ਅਗਲੇਰੀ ਕਾਰਵਾਈ ਨਾਲ ਆਪਣੀ ਪ੍ਰਗਤੀ ਨੂੰ ਅੱਗੇ ਵਧਾਏਗਾ ਅਤੇ ਦੁਨੀਆ ਵਿੱਚ ਅਮਰੀਕਾ ਦੀ ਅਗਵਾਈ ਯਕੀਨੀ ਬਣਾਏਗਾ। ਅਮਰੀਕਨ ਡ੍ਰੀਮ ਐਂਡ ਪ੍ਰੋਮਿਸ ਐਕਟ ਨਾਗਰਿਕਤਾ ਦੇ ਰਸਤੇ ਪ੍ਰਦਾਨ ਕਰੇਗਾ। ਡੈਮੋਕ੍ਰੇਟਸ ਦੇ ਅਨੁਮਾਨ ਅਨੁਸਾਰ ਦੇਸ਼ ਵਿੱਚ ਲਗਭਗ 25 ਲੱਖ ਗੈਰ ਕਾਨੂੰਨੀ ਪ੍ਰਵਾਸੀ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰਵਾਸੀ ਉਹ ਹਨ ਜੋ ਬੱਚਿਆਂ ਦੇ ਰੂਪ ਵਿੱਚ ਦੇਸ਼ ਲਿਆਂਦੇ ਗਏ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਓਬਾਮਾ ਯੁੱਗ ਦੀ DACA ਪ੍ਰੋਗਰਾਮ ਅਧੀਨ ਸੁਰੱਖਿਆ ਦਿੱਤੀ ਗਈ ਸੀ। ਹੁਣ ਇਸ ਵਿੱਚ ਅਸਥਾਈ ਪ੍ਰੋਟੈਕਟਿਡ ਸਟੇਟਸ ਜਾਂ ਮੁਲਤਵੀ ਲਾਗੂ ਵਿਦਾਇਗੀ ਤਹਿਤ ਸੁਰੱਖਿਅਤ ਪ੍ਰਵਾਸੀ ਵੀ ਸ਼ਾਮਲ ਹੋਣਗੇ। ਇਸ ਦੌਰਾਨ ਖੇਤੀਬਾੜੀ ਬਿੱਲ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਵੇਗਾ ਜਿਨ੍ਹਾਂ ਨੇ ਘੱਟੋ ਘੱਟ ਅੰਸ਼ਕ ਤੌਰ ਤੇ ਖੇਤੀਬਾੜੀ ਵਿੱਚ ਕੰਮ ਕੀਤਾ ਹੈ। ਇਹ ਬਿੱਲ ਖੇਤ ਮਜ਼ਦੂਰਾਂ ਨੂੰ ਇੱਕ ਆਰਜ਼ੀ 5.5 ਸਾਲ ਦੇ ਸਰਟੀਫਾਈਡ ਐਗਰੀਕਲਚਰਲ ਵਰਕਰ ਦਾ ਦਰਜਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਪ੍ਰਦਾਨ ਕਰਦਾ ਹੈ ਜੇ ਉਹਨਾਂ ਨੇ ਪਿਛਲੇ 2 ਸਾਲਾਂ ਵਿੱਚ ਉਦਯੋਗ ਵਿੱਚ ਲਗਭਗ 6 ਮਹੀਨੇ ਕੰਮ ਕੀਤਾ ਹੈ। ਇਸ ਸਥਿਤੀ ਨੂੰ ਜਾਂ ਤਾਂ ਅਣਮਿੱਥੇ ਸਮੇਂ ਲਈ ਨਵੀਨੀਕਰਨ ਕੀਤਾ ਜਾ ਸਕਦਾ ਹੈ ਜਾਂ ਕਾਮੇ ਜਿਵੇਂ ਉਹਨਾਂ ਦੇ ਪਤੀ ਪਤਨੀ ਅਤੇ ਬੱਚਿਆਂ ਦੇ ਨਾਲ ਗ੍ਰੀਨ ਕਾਰਡ ਦੇ ਰੂਪ ਵਿੱਚ ਸਥਾਈ ਕਾਨੂੰਨੀ ਰੁਤਬੇ ਲਈ ਰਾਹ ਸ਼ੁਰੂ ਕਰ ਸਕਦੇ ਹਨ। ਗ੍ਰੀਨ ਕਾਰਡ ਨੂੰ ਸੁਰੱਖਿਅਤ ਕਰਨ ਲਈ ਜਿਨ੍ਹਾਂ ਨੇ 10 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਖੇਤੀਬਾੜੀ ਵਿੱਚ ਕੰਮ ਕੀਤਾ ਹੈ ਉਹਨਾਂ ਨੂੰ 4 ਹੋਰ ਸਾਲਾਂ ਲਈ ਕੰਮ ਕਰਨਾ ਪਵੇਗਾ, ਜਦੋਂ ਕਿ ਇਸ ਸੈਕਟਰ ਵਿੱਚ ਇੱਕ ਦਹਾਕੇ ਤੋਂ ਵੀ ਘੱਟ ਸਮਾਂ ਬਿਤਾਉਣ ਵਾਲਿਆਂ ਨੂੰ 8 ਹੋਰ ਸਾਲ ਕੰਮ ਕਰਨਾ ਪਏਗਾ। ਇੱਕ ਵਾਰ ਕਾਮੇ ਇੱਕ ਗ੍ਰੀਨ ਕਾਰਡ ਪ੍ਰਾਪਤ ਕਰਦੇ ਹਨ ਉਹ ਫਿਰ ਖੇਤੀ ਤੋਂ ਬਾਹਰ ਦੇ ਖੇਤਰਾਂ ਵਿੱਚ ਕੰਮ ਕਰਨ ਲਈ ਸੁਤੰਤਰ ਹੁੰਦੇ ਹਨ। ਬਿੱਲ H-2A ਐਗਰੀਕਲਚਰ ਵੀਜ਼ਾ ਪ੍ਰੋਗਰਾਮ ਨੂੰ ਵੀ ਪ੍ਰਭਾਵੀ ਬਣਾਉਂਦਾ ਹੈ, ਪ੍ਰਕਿਰਿਆ ਦਾ ਸਮਾਂ ਅਤੇ ਵੀਜ਼ਾ ਪਟੀਸ਼ਨਾਂ ਲਈ ਖਰਚੇ ਘਟਾਉਂਦਾ ਹੈ। 2021 ਦਾ ਸਿਟੀਜ਼ਨਸ਼ਿਪ ਐਕਟ ਜਿਹੜਾ ਕਿ ਦੇਸ਼ ਵਿੱਚ ਪਹਿਲਾਂ ਤੋਂ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਨਾਗਰਿਕਤਾ ਦੇ ਰਸਤੇ ਪੇਸ਼ ਕਰਦਾ ਹੈ, ਉਸ ਵਿੱਚ ਖੇਤ ਮਜ਼ਦੂਰਾਂ ਅਤੇ DACA ਪ੍ਰਾਪਤਕਰਤਾ ਸ਼ਾਮਲ ਹਨ, ਪਰ ਉਸ ਕਾਨੂੰਨ ਨੇ ਕਾਨੂੰਨ ਦੇ ਅਸਪਸ਼ਟ ਰਸਤੇ ਦਾ ਸਾਹਮਣਾ ਕੀਤਾ ਹੈ। ਸੈਨੇਟ ਵਿੱਚ ਇਸ ਨੂੰ 10 ਰਿਪਬਲਿਕਨ ਵੋਟਾਂ ਦੀ ਜ਼ਰੂਰਤ ਹੈ ਜਿਸ ਦੀ ਇਸ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਨਹੀਂ ਹੈ ਅਤੇ ਇਹ ਸਪਸ਼ਟ ਨਹੀਂ ਹੈ ਕਿ ਉਸ ਕੋਲ ਡੈਮੋਕ੍ਰੈਟਿਕ ਨਿਯੰਤਰਿਤ ਸਦਨ ਵਿੱਚ ਵੀ ਕਾਫੀ ਵੋਟਾਂ ਹਨ ਜਾਂ ਨਹੀਂ। ਅਮਰੀਕੀ ਸੈਨੇਟ ਨੇ ਕੋਰੋਨਾ ਵਾਇਰਸ ਦੀ ਮਾਰ ਤੋਂ ਉਭਰਨ ਲਈ ਸ਼ਨੀਵਾਰ ਨੂੰ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ। ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਡੈਮੋਕ੍ਰੈਟਿਕ ਸਹਿਯੋਗੀਆਂ ਦੀ ਜਿੱਤ ਮੰਨਿਆ ਜਾ ਰਿਹਾ ਹੈ। ਬਾਈਡਨ ਮਹਾਮਾਰੀ ਨਾਲ ਨਜਿੱਠਣ ਅਤੇ ਆਰਥਿਕ ਮੰਦੀ ਤੋਂ ਦੇਸ਼ ਨੂੰ ਬਾਹਰ ਕੱਢਣ ਲਈ ਇਸ ਬਿੱਲ ਨੂੰ ਮਹੱਤਵਪੂਰਨ ਦੱਸਦੇ ਰਹੇ ਹਨ। ਸੈਨੇਟ ਨੇ 49 ਦੇ ਮੁਕਾਬਲੇ 50 ਵੋਟਾਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਰਿਪਬਲਿਕਨ ਪਾਰਟੀ ਦੇ ਮੈਂਬਰ ਡੈਨ ਸੁਲੀਵਨ ਵੋਟਿੰਗ ਵਿੱਚ ਹਿੱਸਾ ਨਹੀਂ ਲੈ ਪਾਏ ਕਿਉਂਕਿ ਉਹਨਾਂ ਨੂੰ ਆਪਣੇ ਸਹੁਰੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਜਾਣਾ ਪਿਆ ਸੀ। ਸੈਨੇਟ ਵਿੱਚ ਸ਼ੁੱਕਰਵਾਰ ਰਾਤ ਦੀ ਸੋਧ ਪੇਸ਼ ਹੋਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੋਧ ਰਿਪਬਲਿਕਨ ਪਾਰਟੀ ਨੇ ਪੇਸ਼ ਕੀਤੇ ਅਤੇ ਸਾਰੇ ਸੋਧ ਖਾਰਜ ਕਰ ਦਿੱਤੇ ਗਏ। ਸਾਰੀ ਰਾਤ ਜਾਗਣ ਦੇ ਬਾਅਦ ਸੈਨੇਟ ਨੇ ਸ਼ਨੀਵਾਰ ਦੁਪਹਿਰ ਨੂੰ ਬਿੱਲ ਨੂੰ ਮਨਜ਼ੂਰੀ ਦਿੱਤੀ। ਹੁਣ ਇਸ ਬਿੱਲ ਨੂੰ ਅਗਲੇ ਹਫ਼ਤੇ ਮਨਜ਼ੂਰੀ ਲਈ ਪ੍ਰਤੀਨਿਧੀ ਸਭਾ ਭੇਜਿਆ ਜਾਵੇਗਾ ਜਿਸ ਮਗਰੋਂ ਇਸ ਨੂੰ ਬਾਈਡਨ ਕੋਲ ਉਹਨਾਂ ਦੇ
ਦਸਤਖਤਾਂ ਦੇ ਲਈ ਭੇਜਿਆ ਜਾਵੇਗਾ। ਸੈਨੇਟ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ 50-50 ਮੈਂਬਰ ਹਨ ਅਤੇ ਕਿਸੇ ਬਿੱਲ ਦੇ ਪੱਖ ਜਾਂ ਵਿਰੋਧ ਵਿੱਚ ਬਰਾਬਰ ਵੋਟ ਪੈਣ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਲ ਫੈਸਲਾਕੁਨ ਵੋਟ ਦੇਣ ਦਾ ਅਧਿਕਾਰ ਹੈ। ਅਜਿਹੇ ਵਿੱਚ ਇਸ ਬਿੱਲ ਨੂੰ ਪਾਸ ਕਰਾਉਣਾ ਬਾਈਡਨ ਅਤੇ ਡੈਮੋਕ੍ਰੈਟਿਕ ਪਾਰਟੀ ਲਈ ਇੱਕ ਮਹੱਤਵਪੂਰਨ ਰਾਜਨੀਤਿਕ ਉਪਲਬਧੀ ਵੀ ਹੈ। ਪ੍ਰਤੀਨਿਧੀ ਸਭਾ ਵਿੱਚ ਡੈਮੋਕ੍ਰੈਟਿਕ ਪਾਰਟੀ ਕੋਲ 10 ਮੈਂਬਰਾਂ ਦੀ ਮਾਮੂਲੀ बढ़त ਹੈ। ਇਸ ਬਿੱਲ ਨੂੰ ਪਾਸ ਕਰਨਾ ਬਾਈਡਨ ਦੀ ਸਭ ਤੋਂ ਵੱਡੀ ਸ਼ੁਰੂਆਤੀ ਤਰਜੀਹ ਹੈ। ਇਸ ਬਿੱਲ ਦੇ ਤਹਿਤ ਪੂਰੀ ਅਮਰੀਕੀ ਅਰਥ ਵਿਵਸਥਾ ਦਾ ਕਰੀਬ 10ਵਾਂ ਹਿੱਸਾ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਸੁਸਤ ਅਰਥ ਵਿਵਸਥਾ ਨੂੰ ਗਤੀ ਦੇਣ ਤੇ ਖਰਚ ਕੀਤੇ ਜਾਣ ਦੀ ਵਿਵਸਥਾ ਹੈ। ਬਾਈਡਨ ਨੇ ਵੋਟਿੰਗ ਦੇ ਬਾਅਦ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਇਸ ਦੇਸ਼ ਨੇ ਬਹੁਤ ਦੇਰ ਤੱਕ ਬਹੁਤ ਕੁਝ ਸਹਿਨ ਕੀਤਾ ਹੈ ਅਤੇ ਇਹ ਪੈਕੇਜ ਇਹਨਾਂ ਮੁਸ਼ਕਲਾਂ ਨੂੰ ਘੱਟ ਕਰਨ, ਦੇਸ਼ ਦੀ ਲੋੜਾਂ ਨੂੰ ਪੂਰਾ ਕਰਨ ਅਤੇ ਸਾਨੂੰ ਬਿਹਤਰ ਸਥਿਤੀ ਵਿੱਚ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਬਿੱਲ ਵਿੱਚ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਨੂੰ ਸਿੱਧੇ $1400 ਦਾ ਭੁਗਤਾਨ ਕੀਤੇ ਜਾਣ ਅਤੇ ਐਮਰਜੈਂਸੀ ਬੇਰੁਜ਼ਗਾਰੀ ਲਾਭ ਦਿੱਤੇ ਜਾਣ ਦੀ ਵਿਵਸਥਾ ਹੈ। ਸਮੁੱਚੀ ਦੁਨੀਆ 'ਚ ਮਿਆਂਮਾਰ ਦੇ ਫੌਜੀ ਤਖਤਾਪਲਟ ਦਾ ਵਿਰੋਧ ਵੱਧਦਾ ਜਾ ਰਿਹਾ ਹੈ। ਮਿਆਂਮਾਰ ਰਾਜਨੀਤਿਕ ਸੰਕਟ ਨੂੰ ਲੈ ਕੇ ਹੋਣ ਵਾਲੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਵਿਸ਼ੇਸ਼ ਮੀਟਿੰਗ ਤੋਂ ਪਹਿਲਾਂ, ਜਿੱਥੇ ਅਮਰੀਕਾ ਨੇ ਮਿਆਂਮਾਰ ਦੇ ਵਪਾਰ ਤੇ ਰੋਕ ਲਾਉਂਦੇ ਹੋਏ 2 ਕੰਪਨੀਆਂ ਨੂੰ ਬਲੈਕਲਿਸਟ ਕਰ ਦਿੱਤਾ ਹੈ, ਉੱਥੇ YouTube ਨੇ ਮਿਆਂਮਾਰ ਫੌਜ ਦੇ 5 ਚੈਨਲਾਂ ਨੂੰ ਬੰਦ ਕਰ ਦਿੱਤਾ ਹੈ। ਮਿਆਂਮਾਰ ਦੀ ਫੌਜ ਸਰਕਾਰ ਤੇ ਸਖਤ ਰਵੱਈਆ ਅਪਣਾਉਂਦੇ ਹੋਏ ਅਮਰੀਕਾ ਨੇ ਉਸ ਦੇ ਮਿਆਂਮਾਰ ਇਕਨੋਮਿਕਸ ਕਾਰਪੋਰੇਸ਼ਨ ਅਤੇ ਮਿਆਂਮਾਰ ਇਕਨੋਮਿਕ ਹੋਲਡਿੰਗ ਪਬਲਿਕ ਕੰਪਨੀ ਨੂੰ ਵਪਾਰ ਲਈ ਬਲੈਕਲਿਸਟ ਕਰ ਦਿੱਤਾ ਹੈ। ਅਮਰੀਕਾ ਨੇ ਇਹ ਫੈਸਲਾ ਉੱਥੇ ਦੀ ਸੱਤਾ ਦੀ ਬਹਾਲੀ ਦੀ ਮੰਗ ਕਰਨ ਵਾਲਿਆਂ ਨੂੰ ਸਖਤੀ ਦਿਖਾਉਣ, ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ 38 ਲੋਕਾਂ ਦੀ ਮੌਤ ਤੋਂ ਬਾਅਦ ਲਿਆ ਹੈ। ਅਮਰੀਕਾ ਵੱਲੋਂ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਹਨ, ਉਹਨਾਂ 'ਚ ਬਿਊਰੋ ਆਫ ਇੰਡਸਟਰੀ ਐਂਡ ਸਿਕਿਉਰਿਟੀ ਨੇ ਮਿਆਂਮਾਰ ਦੀ ਮਿਲਟਰੀ ਅਤੇ ਸਿਕਿਉਰਿਟੀ ਸਰਵਿਸ ਨੂੰ ਉੱਥੇ ਦੀ ਫੌਜ ਵੱਲੋਂ ਕੀਤੇ ਗਏ ਤਖਤਾਪਲਟ 'ਚ ਹਿੱਸੇਦਾਰ ਮੰਨਿਆ ਹੈ। ਅਮਰੀਕਾ ਨੇ ਆਪਣੇ ਤਾਜ਼ਾ ਫੈਸਲੇ 'ਚ ਮਿਆਂਮਾਰ ਦੇ ਵਪਾਰ ਤੇ ਵੀ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਨੇ ਇੱਕ ਵਾਰ ਫਿਰ ਤੋਂ ਫੌਜ ਵੱਲੋਂ ਤਖਤਾਪਲਟ ਦੀ ਕਾਰਵਾਈ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਹ ਲੋਕਤੰਤਰ ਦਾ ਸਨਮਾਨ ਕਰਦੇ ਹੋਏ ਮਿਆਂਮਾਰ ਦੀ ਚੁਣੀ ਹੋਈ ਸੂ ਕੀ ਦੀ ਸਰਕਾਰ ਨੂੰ ਦੁਬਾਰਾ ਬਹਾਲ ਕਰਨ। ਪੈਰਿਸ ਤੋਂ ਨਵੀਂ ਦਿੱਲੀ ਜਾ ਰਹੇ 에ਅਰ ਫਰਾਂਸ ਦੇ ਜਹਾਜ਼ ਨੂੰ ਇੱਕ ਯਾਤਰੀ ਵੱਲੋਂ ਖੋਰੂ ਪਾਏ ਜਾਣ ਕਾਰਨ ਬੁਲਗਾਰੀਆ ਵਿੱਚ ਹੰਗਾਮੀ ਹਾਲਤ ਵਿੱਚ ਉਤਾਰਨਾ ਪਿਆ। ਬੁਲਗਾਰੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ 5 ਵਜੇ ਦੀ ਹੈ। ਕੇਂਦਰੀ ਜਾਂਚ ਏਜੰਸੀ ਦੇ ਇੱਕ ਅਧਿਕਾਰੀ ਇਵੈਲੋ ਐਂਜਲੋਵ ਨੇ ਕਿਹਾ ਕਿ ਜਿਉਂ ਹੀ ਜਹਾਜ਼ ਨੇ ਉਡਾਨ ਭਰੀ, ਭਾਰਤੀ ਨਾਗਰਿਕ ਨੇ ਹੋਰ ਯਾਤਰੀਆਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ। ਉਸਨੇ ਜਹਾਜ਼ ਦੇ ਅਮਲੇ ਦੇ ਇੱਕ ਮੁਲਾਜ਼ਮ ਤੇ ਹਮਲਾ ਕੀਤਾ ਅਤੇ ਕਾਕਪਿਟ ਦੇ ਦਰਵਾਜ਼ੇ ਨੂੰ ਧੱਕਾ ਮਾਰਿਆ। ਉਸ ਦੇ ਹਮਲਾਵਰ ਵਿਵਹਾਰ ਨਾਲ ਜਹਾਜ਼ ਨੂੰ ਮਜਬੂਰਨ ਸੋਫੀਆ ਵਿੱਚ ਉਤਾਰਨਾ ਪਿਆ। ਉਸ ਵਿਅਕਤੀ ਦਾ ਨਾਮ ਜ਼ਾਹਰ ਨਹੀਂ ਕੀਤਾ ਗਿਆ। ਉਸ ਨੂੰ ਜਹਾਜ਼ 'ਚ ਉਤਾਰਿਆ ਗਿਆ ਅਤੇ ਯਾਤਰੀਆਂ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਵੀ ਲਗਾਇਆ ਗਿਆ। ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੌਰਾਨ ਬਹੁਤੇ ਰਾਜਾਂ ਵਿੱਚ ਅਤੇ ਸ਼ਹਿਰਾਂ ਵਿੱਚ ਅਜੇ ਵੀ ਲੋਕਾਂ ਦੇ ਉੱਚ ਤਰਜੀਹ ਵਾਲੇ ਸਮੂਹਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ, ਜਦਕਿ ਐਰੀਜ਼ੋਨਾ ਦੀ ਇੱਕ ਕਾਉਂਟੀ ਹੁਣ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਨਿਵਾਸੀ ਨੂੰ ਕੋਵਿਡ-19 ਦਾ ਟੀਕਾ ਲਗਾਉਣ ਦੀ ਆਗਿਆ ਦੇ ਰਹੀ ਹੈ। ਐਰੀਜ਼ੋਨਾ ਦੀ ਗਿਲਾ ਕਾਉਂਟੀ, ਜੋ ਕਿ ਫਿਨਿਕਸ ਦੇ ਪੂਰਬ ਵੱਲ ਸਥਿਤ ਹੈ, ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਆਪਣੇ ਟੀਕੇ ਦੇ ਸੰਬੰਧ ਵਿੱਚ ਲੋਕਾਂ ਲਈ ਉਮਰ ਦੀ ਯੋਗਤਾ ਵਿੱਚ ਢਿੱਲ ਦਿੱਤੀ ਹੈ। ਟੀਕੇ ਸੰਬੰਧੀ ਉਮਰ ਵਿੱਚ ਇਸ ਢਿੱਲ ਨੂੰ ਦੇਣ ਦਾ ਕਾਰਨ ਗਿਲਾ ਕਾਉਂਟੀ ਵਿੱਚ ਵਰਤੀ ਜਾਂਦੀ ਕੋਵਿਡ-19 ਟੀਕਾ ਖੁਰਾਕ ਦੀ ਸਭ ਤੋਂ ਘੱਟ ਪ੍ਰਤੀਸ਼ਤਤਾ ਹੈ। ਕਾਉਂਟੀ ਵਿੱਚ ਪਬਲਿਕ ਹੈਲਥ ਐਂਡ ਐਮਰਜੈਂਸੀ ਮੈਨੇਜਮੈਂਟ ਦੇ ਡਾਇਰੈਕਟਰ ਮਾਈਕਲ ਓ ਡ੍ਰਿਸਕੌਲ ਅਨੁਸਾਰ ਕਾਉਂਟੀ ਨੂੰ ਪਿਛਲੇ ਹਫ਼ਤੇ ਰਾਜ ਕੋਲੋਂ ਡਰਾਈਵ ਥਰੂ ਕਲੀਨਿਕ ਵਿੱਚ ਟੀਕਾ ਦੇਣ ਦੀ ਆਗਿਆ ਮਿਲੀ ਸੀ। ਐਰੀਜ਼ੋਨਾ ਦੇ ਸਿਹਤ ਸੇਵਾਵਾਂ ਵਿਭਾਗ ਦੇ ਅਨੁਸਾਰ ਇਸ ਕਾਉਂਟੀ ਵਿੱਚ ਲਗਭਗ 56,000 ਲੋਕ ਰਹਿੰਦੇ ਹਨ ਅਤੇ 13,000 ਤੋਂ ਵੱਧ ਵਸਨੀਕਾਂ ਨੇ ਕੋਰੋਨਾ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਅੰਕੜਿਆਂ ਦੇ ਆਧਾਰ ਤੇ 65 ਸਾਲ ਤੋਂ ਘੱਟ ਉਮਰ ਦੇ 5600 ਤੋਂ ਵੱਧ ਲੋਕਾਂ ਨੇ ਇਹ ਟੀਕਾ ਲਗਵਾਇਆ ਹੈ, ਜਿਸ ਵਿੱਚ 20 ਸਾਲ ਤੋਂ ਘੱਟ ਉਮਰ ਦੇ 73 ਲੋਕ ਸ਼ਾਮਲ ਹਨ। ਕੈਲੀਫੋਰਨੀਆ ਵਿੱਚ ਸ਼ੁੱਕਰਵਾਰ ਤੱਕ 10 ਮਿਲੀਅਨ ਕੋਵਿਡ-19 ਖੁਰਾਕਾਂ ਦਿੱਤੀਆਂ ਗਈਆਂ। ਇਹ ਰਾਜ ਵਿੱਚ ਇੱਕ ਸਕਾਰਾਤਮਕ ਸੰਕੇਤ ਹੈ, ਜੋ ਦੇਸ਼ ਵਿੱਚ ਇਸ ਦੇ ਟੀਕਾਕਰਨ ਦੀ ਸ਼ੁਰੂਆਤ ਦੀ ਸਭ ਤੋਂ ਤੇਜ਼ ਸ਼ੁਰੂਆਤ ਹੈ। ਗੈਵਿਨ ਨਿਊਸਮ ਨੇ ਕਿਹਾ ਕਿ ਕੈਲੀਫੋਰਨੀਆ ਵਿੱਚ ਦੇਸ਼ ਦੇ ਕਿਸੇ ਵੀ ਹੋਰ ਰਾਜ ਨਾਲੋਂ ਜ਼ਿਆਦਾ ਟੀਕੇ ਲਗਾਏ ਜਾਂਦੇ ਹਨ ਤੇ ਦੁਨੀਆ ਦੇ 6 ਦੇਸ਼ਾਂ ਨਾਲੋਂ ਇਹ ਜ਼ਿਆਦਾ ਹੈ। ਕੈਲੀਫੋਰਨੀਆ ਰਾਜ, ਜੋ ਕਿ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਵੱਡਾ ਸੂਬਾ ਹੈ, ਨੇ ਹਰ 1 ਲੱਖ ਨਿਵਾਸੀਆਂ ਲਈ 25,490 ਖੁਰਾਕਾਂ ਦਾ ਪ੍ਰਬੰਧ ਕੀਤਾ ਹੈ, ਜੋ ਕਿ ਬਹੁਤ ਘੱਟ ਆਬਾਦੀ ਵਾਲੇ ਰਾਜਾਂ ਜਿਵੇਂ ਕਿ ਦੱਖਣੀ ਡਕੋਟਾ, ਪੱਛਮੀ ਵਰਜੀਨੀਆ ਅਤੇ ਓਕਲਾਹੋਮ ਤੋਂ ਬਹੁਤ ਪਿੱਛੇ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ ਨਿਊ ਮੈਕਸੀਕੋ ਨੇ ਪ੍ਰਤੀ 1 ਲੱਖ ਲੋਕਾਂ ਨੂੰ 36,530 ਖੁਰਾਕਾਂ ਦਿੱਤੀਆਂ ਹਨ ਅਤੇ ਅਲਾਸਕਾ ਵਿੱਚ 38,476 ਪ੍ਰਤੀ 1 ਲੱਖ ਹਨ।
ਨਿਊਸਮ ਨੇ ਕਿਹਾ ਕਿ CDC ਦੇ ਅਨੁਸਾਰ ਹੁਣ ਤੱਕ ਕੈਲੀਫੋਰਨੀਆ ਵਿੱਚ 22.4% ਲੋਕਾਂ ਨੂੰ ਘੱਟੋ-ਘੱਟ ਇੱਕ ਟੀਕੇ ਦੀ ਖੁਰਾਕ ਮਿਲੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਾਨਾ ਅਜੀਤ ਅਖਬਾਰ ਦੇ ਸੀਨੀਅਰ ਸਟਾਫ ਰਿਪੋਰਟਰ ਮੇਜਰ ਸਿੰਘ ਦੇ ਅਕਾਲ ਚਲਾਣੇ ਨੂੰ ਪੰਜਾਬੀ ਪੱਤਰਕਾਰੀ ਤੇ ਪੰਜਾਬੀ ਭਾਸ਼ਾ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ। ਆਪਣੇ ਸ਼ੋਕ ਸੰਦੇਸ਼ ਵਿੱਚ ਮੇਜਰ ਸਿੰਘ ਨੂੰ ਉੱਘਾ ਪੱਤਰਕਾਰ ਅਤੇ ਚੰਗੇ ਗੁਣਾਂ ਦਾ ਧਾਰਨੀ ਇੱਕ ਵਧੀਆ ਇਨਸਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੇਜਰ ਸਿੰਘ ਨੂੰ ਸੂਬੇ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੂਝ-ਬੂਝ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਤੇ ਵੀ ਚੰਗੀ ਪਕੜ ਸੀ, ਜਿਨ੍ਹਾਂ ਨੇ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਦੀ ਨਿੱਠ ਕੇ ਪ੍ਰੋੜਤਾ ਕੀਤੀ ਅਤੇ ਪੱਤਰਕਾਰੀ ਦੇ ਪਸਾਰ ਤੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ। ਮੇਜਰ ਸਿੰਘ ਦੇ ਦੇਹਾਂਤ ਨਾਲ ਪੱਤਰਕਾਰੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਤਮਕ ਸ਼ਾਂਤੀ ਬਖਸ਼ਣ। ਇਸ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਰਵੀਨ ਠੁਕਰਾਲ ਨੇ ਵੀ ਮੇਜਰ ਸਿੰਘ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮੇਜਰ ਸਿੰਘ ਨੂੰ ਨਿਡਰ ਤੇ ਨਿਰਪੱਖ ਪੱਤਰਕਾਰੀ ਲਈ ਪਾਠਕ ਹਮੇਸ਼ਾ ਯਾਦ ਰੱਖਣਗੇ। ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਉਹਨਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੇਜਰ ਸਿੰਘ, ਜਿਨ੍ਹਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ ਸੀ, ਉਹ 68 ਵਰ੍ਹਿਆਂ ਦੇ ਸਨ। ਮੇਜਰ ਸਿੰਘ ਆਪਣੇ ਪਿੱਛੇ ਪਤਨੀ, 3 ਬੇਟੇ ਅਤੇ ਇੱਕ ਧੀ ਛੱਡ ਗਏ ਹਨ। ਉਹ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਜਨਰਲ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਆਪਣੇ ਸ਼ੋਕ ਸੰਦੇਸ਼ ਵਿੱਚ ਉੱਘੇ ਪੱਤਰਕਾਰ ਬਾਰੇ ਦੱਸਦਿਆਂ ਸਰਦਾਰ ਰੰਧਾਵਾ ਨੇ ਕਿਹਾ ਕਿ ਮੇਜਰ ਸਿੰਘ ਨੇ ਹਮੇਸ਼ਾ ਆਪਣੀਆਂ ਲਿਖਤਾਂ ਵਿੱਚ ਪ੍ਰੈਸ ਦੀ ਆਜ਼ਾਦੀ ਲਈ ਨਿੱਠ ਕੇ ਪ੍ਰੋੜਤਾ ਕੀਤੀ। ਇਸ ਤੋਂ ਇਲਾਵਾ ਉਹਨਾਂ ਗਰੀਬਾਂ ਅਤੇ ਸਮਾਜ ਦੇ ਕਮਜ਼ੋਰ ਵਰਗ ਦੀ ਭਲਾਈ ਲਈ ਵੀ ਵਡਮੁੱਲਾ ਯੋਗਦਾਨ ਪਾਇਆ ਹੈ। ਉਹ ਪੰਜਾਬ ਦੀ ਭੂਗੋਲਿਕ, ਰਾਜਨੀਤਿਕ ਤੇ ਸਮਾਜਿਕ ਖੇਤਰ ਦੀ ਡੂੰਘੀ ਪਕੜ ਰੱਖਣ ਵਾਲੇ ਜ਼ਮੀਨ ਨਾਲ ਜੁੜੇ ਹੋਏ ਪੱਤਰਕਾਰ ਸਨ। ਉਹਨਾਂ ਕਿਹਾ ਕਿ ਮੇਜਰ ਸਿੰਘ ਦੇ ਦੇਹਾਂਤ ਨਾਲ ਪੰਜਾਬੀ ਜ਼ੁਬਾਨ ਤੇ ਪੱਤਰਕਾਰੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੁਖੀ ਪਰਿਵਾਰ ਅਤੇ ਸਕੇ ਸੰਬੰਧੀਆਂ ਨਾਲ ਦਿਲੀ ਹਮਦਰਦੀ ਪ੍ਰਗਟਾਉਂਦਿਆਂ ਮੰਤਰੀ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰੋਧੀ ਪਾਰਟੀਆਂ ਦੇ ਬਾਈਕਾਟ ਦੇ ਕਾਰਨ ਨੈਸ਼ਨਲ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਆਰਿਫ ਅਲਵੀ ਦੇ ਨਿਰਦੇਸ਼ਾਂ ਤੇ ਬੁਲਾਏ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਦੇ 342 ਮੈਂਬਰੀ ਹੇਠਲੇ ਸਦਨ ਵਿੱਚ 178 ਵੋਟਾਂ ਪ੍ਰਾਪਤ ਕੀਤੀਆਂ। ਸਧਾਰਨ ਬਹੁਮਤ ਲਈ ਕੁੱਲ 172 ਵੋਟਾਂ ਦੀ ਲੋੜ ਸੀ। ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ PDM, ਜੋ 11 ਪਾਰਟੀਆਂ ਦਾ ਗੱਠਜੋੜ ਹੈ, ਨੇ ਵੋਟਿੰਗ ਦਾ ਬਾਈਕਾਟ ਕਰ ਦਿੱਤਾ ਸੀ। ਅਮਰੀਕਾ ਦੇ ਜੋ ਬਾਈਡਨ ਪ੍ਰਸ਼ਾਸਨ ਨੇ ਨਵੀਂ ਡਿਫੈਂਸ ਪਾਲਿਸੀ ਵਿੱਚ ਚੀਨ ਨੂੰ ਦੁਸ਼ਮਣ ਨੰਬਰ 1 ਹੋਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਚੀਨ ਨੂੰ ਹਿੰਦ ਪ੍ਰਸ਼ਾਂਤ ਅਤੇ ਹੋਰਨਾਂ ਖੇਤਰਾਂ ਵਿੱਚ ਸਬਕ ਸਿਖਾਉਣ ਲਈ ਆਪਣੇ ਸਹਿਯੋਗੀਆਂ ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਨੂੰ ਜਲਦ ਤੋਂ ਜਲਦ ਸਹਿਯੋਗ ਕਰਨ ਦੀ ਇੱਛਾ ਜਤਾਈ ਹੈ। ਕੁਆਡ ਦੇਸ਼ਾਂ ਵਿੱਚ ਜਾਪਾਨ, ਭਾਰਤ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਚਾਰਾਂ ਦੇਸ਼ਾਂ ਨੇ 2007 ਵਿੱਚ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਹਮਲਾਵਰ ਰਵੱਈਏ ਦਾ ਮੁਕਾਬਲਾ ਕਰਨ ਲਈ ਕੁਆਡ ਜਾਂ 4 ਦੇਸ਼ਾਂ ਦਾ ਗੱਠਜੋੜ ਬਣਾਉਣ ਦੇ ਪ੍ਰਸਤਾਵ ਨੂੰ ਪੂਰਨ ਰੂਪ ਦਿੱਤਾ ਸੀ। ਬਾਈਡਨ ਦੀ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ ਤੇ ਅਮਰੀਕਾ ਦੀ 24 ਪੇਜਾਂ ਵਾਲੀ ਰਾਸ਼ਟਰੀ ਸੁਰੱਖਿਆ ਨੀਤੀ ਵਿੱਚ ਚੀਨ ਨੂੰ ਮੁੱਖ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਹੈ। ਦਰਅਸਲ ਬਾਈਡਨ ਵੱਲੋਂ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦੁਨੀਆ ਨੂੰ ਉਹਨਾਂ ਦੀ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ਦਾ ਇੰਤਜ਼ਾਰ ਸੀ। ਰਾਸ਼ਟਰਪਤੀ ਚੋਣਾਂ ਦੌਰਾਨ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਈ ਫੈਸਲਿਆਂ ਦੀ ਨਿੰਦਾ ਕੀਤੀ ਸੀ। ਖਾਸ ਕਰਕੇ ਚੀਨ ਅਤੇ ਈਰਾਨ ਦੀ ਹਮਲਾਵਰ ਨੀਤੀ ਸੰਬੰਧੀ ਉਹ ਟਰੰਪ ਦੇ ਖਾਸ ਵਿਰੋਧੀ ਸਨ। ਅਜਿਹੇ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਦੁਨੀਆ ਦੀਆਂ ਨਜ਼ਰਾਂ ਬਾਈਡਨ ਦੀ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ਤੇ ਬਣੀ ਹੋਈ ਸੀ, ਪਰ ਬਾਈਡਨ ਦੀ ਰਾਸ਼ਟਰੀ ਸੁਰੱਖਿਆ ਨੀਤੀ ਵਿੱਚ ਚੀਨ ਨੂੰ ਅਮਰੀਕਾ ਦਾ ਦੁਸ਼ਮਣ ਨੰਬਰ 1 ਮੰਨਿਆ ਗਿਆ ਹੈ। ਸੈਨ ਫਰਾਂਸਿਸਕੋ ਸੋਲਰ ਵਿੰਡਸ ਤੋਂ ਬਾਅਦ ਹੋਏ ਇੱਕ ਹੋਰ ਵੱਡੇ ਸਾਈਬਰ ਹਮਲੇ 'ਚ ਚੀਨੀ ਹੈਕਰਾਂ ਨੇ ਪੂਰੇ ਅਮਰੀਕਾ 'ਚ ਘੱਟ ਤੋਂ ਘੱਟ 30,000 ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹਨਾਂ ਕੰਪਨੀਆਂ 'ਚ ਸਰਕਾਰੀ ਅਤੇ ਕਮਰਸ਼ੀਅਲ ਕੰਪਨੀਆਂ ਵੀ ਹਨ। ਹੈਕਰਾਂ ਨੇ ਇਹਨਾਂ ਕੰਪਨੀਆਂ ਦੇ ਨੈਟਵਰਕ 'ਚ ਸੰਨਮਾਰੀ ਕਰਨ ਲਈ ਮਾਈਕਰੋਸਾਫਟ ਐਕਸਚੇਂਜ ਸਰਵਰ ਸੌਫਟਵੇਅਰ ਦਾ ਇਸਤੇਮਾਲ ਕੀਤਾ ਹੈ। ਚੀਨ ਸਥਿਤ ਜਾਸੂਸੀ ਸਮੂਹ ਨੇ ਮਾਈਕਰੋਸਾਫਟ ਐਕਸਚੇਂਜ ਸਰਵਰ ਈਮੇਲ ਸੌਫਟਵੇਅਰ 'ਚ 4 ਕਮਜ਼ੋਰੀਆਂ ਦਾ ਫਾਇਦਾ ਉਠਾਇਆ। ਇਹਨਾਂ ਕਮਜ਼ੋਰੀਆਂ ਕਾਰਨ ਹੈਕਰਾਂ ਨੇ ਉਹਨਾਂ ਕੰਪਨੀਆਂ ਦੇ ਈਮੇਲ ਅਕਾਊਂਟਸ ਤੱਕ ਆਪਣੀ ਪਹੁੰਚ ਬਣਾ ਲਈ ਅਤੇ ਉਹ ਮੈਲਵੇਅਰ ਸਥਾਪਿਤ ਕਰਨ ਦੇ ਵਿੱਚ ਸਫਲ ਵੀ ਹੋ ਗਏ। ਮਾਈਕਰੋਸਾਫਟ ਨੇ ਹਾਲਾਂਕਿ ਚੀਨ ਸਥਿਤ ਹੈਕਰਾਂ ਬਾਰੇ ਦੱਸਿਆ ਸੀ, ਪਰ ਉਸ ਪੈਮਾਨੇ ਨੂੰ ਪ੍ਰਗਟ ਨਹੀਂ ਕੀਤਾ ਸੀ।
ਜਿਸ ਤੇ ਹਜ਼ਾਰਾਂ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਾਈਬਰ ਅਟੈਕ ਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੂੰ ਜਾਣਕਾਰੀ ਦੇਣ ਵਾਲੇ ਦੋ ਸਾਈਬਰ ਸੁਰੱਖਿਆ ਮਾਹਿਰਾਂ ਨੇ ਦੱਸਿਆ ਕਿ ਚੀਨੀ ਹੈਕਿੰਗ ਗਰੁੱਪ ਨੇ ਦੁਨੀਆ ਭਰ 'ਚ ਮਾਈਕਰੋਸਾਫਟ ਦੇ ਹਜ਼ਾਰਾਂ ਐਕਸਚੇਂਜ ਸਰਵਰ ਤੇ ਕੰਟਰੋਲ ਕਰ ਲਿਆ ਹੈ। ਵਾਈਟ ਹਾਊਸ ਨੇ ਕਿਹਾ ਸੀ ਕਿ 9 ਸੰਘੀ ਏਜੰਸੀਆਂ ਅਤੇ ਲਗਭਗ 100 ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਸੋਲਰਵਿੰਡਸ ਹੈਕਿੰਗ ਦੇ ਨਤੀਜੇ ਵਜੋਂ ਨਿਸ਼ਾਨਾ ਬਣਾਇਆ ਗਿਆ ਸੀ। ਐਕਸਚੇਂਜ ਸਰਵਰ ਮੁੱਖ ਤੌਰ ਤੇ ਕਾਰੋਬਾਰੀ ਗਾਹਕਾਂ ਵੱਲੋਂ ਵਰਤਿਆ ਜਾਂਦਾ ਹੈ। ਮਾਈਕਰੋਸਾਫਟ ਨੇ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਕਈ ਸੁਰੱਖਿਆ ਅਪਡੇਟ ਜਾਰੀ ਕੀਤੇ ਹਨ। ਇਸ ਨੇ ਆਪਣੇ ਗਾਹਕਾਂ ਨੂੰ ਤੁਰੰਤ ਇਹਨਾਂ ਨੂੰ ਇੰਸਟਾਲ ਕਰਨ ਦੀ ਸਲਾਹ ਵੀ ਦਿੱਤੀ ਹੈ। OCI ਕਾਰਡ ਧਾਰਕ ਜੇ ਹੁਣ ਦੇਸ਼ ਦੀ ਕਿਸੇ ਵੀ ਮਿਸ਼ਨਰੀ ਜਾਂ ਤਬਲੀਗ ਜਾਂ ਪੱਤਰਕਾਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਵਿਸ਼ੇਸ਼ ਇਜਾਜ਼ਤ ਲੈਣ ਦੀ ਜ਼ਰੂਰਤ ਹੋਏਗੀ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ OCI ਕਾਰਡ ਧਾਰਕਾਂ ਨੂੰ ਘਰੇਲੂ ਸੈਕਟਰਾਂ ਵਿੱਚ ਹਵਾਈ ਕਿਰਾਏ ਦੇ ਟੈਰਿਫ, ਰਾਸ਼ਟਰੀ ਪਾਰਕਾਂ, ਰਾਸ਼ਟਰੀ ਸਮਾਰਕਾਂ ਅਤੇ ਭਾਰਤ ਵਿੱਚ ਅਜਾਇਬ ਘਰਾਂ ਦਾ ਦੌਰਾ ਕਰਨ ਲਈ ਦਾਖਲਾ ਫੀਸ ਦੇ ਮਾਮਲੇ ਵਿੱਚ ਭਾਰਤੀ ਨਾਗਰਿਕਾਂ ਨਾਲ ਬਰਾਬਰੀ ਦੀ ਇਜਾਜ਼ਤ ਦੇ ਕੇ ਵੱਡੀ ਰਿਆਇਤ ਦਿੱਤੀ ਹੈ। ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ OCI ਕਾਰਡ ਧਾਰਕ ਕਿਸੇ ਵੀ ਉਦੇਸ਼ ਲਈ ਭਾਰਤ ਆਉਣ ਲਈ ਮਲਟੀ ਟਾਈਮਜ਼ ਐਂਟਰੀ ਲਈ ਉਮਰ ਭਰ ਦਾ ਵੀਜ਼ਾ ਲੈਣ ਦੇ ਹੱਕਦਾਰ ਹੋਣਗੇ, ਪਰ ਉਹਨਾਂ ਨੂੰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਫਸਰ ਜਾਂ ਭਾਰਤੀ ਮਿਸ਼ਨ ਤੋਂ ਇੱਕ ਵਿਸ਼ੇਸ਼ ਇਜਾਜ਼ਤ ਜਾਂ ਵਿਸ਼ੇਸ਼ ਪਰਮਿਟ ਲੈਣ ਦੀ ਜ਼ਰੂਰਤ ਹੈ। OCI ਕਾਰਡ ਧਾਰਕਾਂ ਨੂੰ ਭਾਰਤ ਵਿੱਚ ਕਿਸੇ ਵੀ ਵਿਦੇਸ਼ੀ ਡਿਪਲੋਮੈਟਿਕ ਮਿਸ਼ਨਾਂ ਜਾਂ ਵਿਦੇਸ਼ੀ ਸਰਕਾਰੀ ਸੰਗਠਨਾਂ ਵਿੱਚ ਇੰਟਰਨਸ਼ਿਪ ਲੈਣ ਲਈ ਜਾਂ ਭਾਰਤ ਵਿੱਚ ਕਿਸੇ ਵਿਦੇਸ਼ੀ ਡਿਪਲੋਮੈਟਿਕ ਮਿਸ਼ਨਾਂ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਜਾਂ ਕਿਸੇ ਅਜਿਹੀ ਜਗ੍ਹਾ ਦਾ ਦੌਰਾ ਕਰਨ ਦੇ ਲਈ ਵੀ ਵਿਸ਼ੇਸ਼ ਪਰਮਿਟ ਲੈਣਾ ਪਏਗਾ। ਮਾਰਚ 2020 ਵਿੱਚ ਜਦੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਬਾਅਦ ਦੇਸ਼ ਭਰ ਵਿੱਚ ਲਾਕਡਾਊਨ ਲੱਗਿਆ ਹੋਇਆ ਸੀ, ਉਦੋਂ ਤਕਰੀਬਨ 2500 ਤਬਲੀਗੀ ਜਮਾਤ ਦੇ ਮੈਂਬਰ ਦਿੱਲੀ ਵਿੱਚ ਸੰਗਠਨ ਦੇ ਮੁੱਖ ਦਫ਼ਤਰ ਵਿੱਚ ਰਹਿ ਰਹੇ ਸਨ। ਤਕਰੀਬਨ 233 ਵਿਦੇਸ਼ੀ ਤਬਲੀਗੀ ਵਰਕਰਾਂ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਵਿੱਚੋਂ ਬਹੁਤਿਆਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ ਸੀ, ਜਿਸ ਨਾਲ ਉਹਨਾਂ ਦੇ ਭਵਿੱਖ ਦੇ ਭਾਰਤ ਦੇ ਦੌਰੇ ਤੇ ਪਾਬੰਦੀ ਲਗਾਈ ਗਈ ਸੀ। ਤਬਲੀਗੀ ਜਮਾਤ ਦੇ ਵਰਕਰ ਦੋਵੇਂ ਵਿਦੇਸ਼ੀ ਅਤੇ ਨਾਲ ਹੀ ਭਾਰਤੀ ਵੀ ਦੇਸ਼ ਭਰ ਦੇ ਪ੍ਰਚਾਰ ਯਾਤਰਾਵਾਂ ਵਿੱਚ ਸ਼ਾਮਲ ਹੁੰਦੇ ਹਨ, ਜਿਸ ਨੂੰ ਚੱਲਾ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਸੰਗਠਨ ਦਾ ਇੱਕ ਵਲੰਟੀਅਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 120 ਦਿਨਾਂ ਲਈ ਯਾਤਰਾ ਕਰਦਾ ਹੈ ਅਤੇ ਸਥਾਨਕ ਮਸਜਿਦਾਂ ਵਿੱਚ ਰਹਿੰਦਾ ਹੈ, ਜਿੱਥੇ ਉਹ ਵਿਸ਼ੇਸ਼ ਪ੍ਰਾਰਥਨਾਵਾਂ ਕਰਦੇ ਹਨ। ਇੱਕ OCI ਕਾਰਡ ਧਾਰਕ ਇੱਕ ਵਿਦੇਸ਼ੀ ਨਾਗਰਿਕ ਹੁੰਦਾ ਹੈ ਜਿਸ ਦਾ ਵਿਦੇਸ਼ੀ ਦੇਸ਼ ਦਾ ਪਾਸਪੋਰਟ ਹੁੰਦਾ ਹੈ ਅਤੇ ਇਹ ਭਾਰਤ ਦਾ ਨਾਗਰਿਕ ਨਹੀਂ ਹੁੰਦਾ। ਕਿਸਾਨ ਆਗੂ ਰਾਕੇਸ਼ ਟਕੈਤ ਨੇ ਕਿਹਾ ਹੈ ਕਿ ਉਹਨਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਟਕੈਤ ਨੇ ਇੱਥੇ ਰਾਮਰਾਜ ਕਸਬੇ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ 100 ਦਿਨ ਪੂਰੇ ਹੋਣ ਦੇ ਮੌਕੇ ਤੇ ਸਮਾਗਮ ਦੇ ਵਿੱਚ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ 3 ਖੇਤੀਬਾੜੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਵਾਪਸ ਲਿਆ ਜਾਵੇ ਅਤੇ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪ੍ਰਤੀ ਸਹਿਮਤ ਨਹੀਂ ਹੁੰਦੀ। ਇਸ ਦੌਰਾਨ ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਸੰਜੀਵ ਬਾਲੀਆਨ ਨੇ ਕਿਹਾ ਕਿ 3 ਖੇਤੀ ਕਾਨੂੰਨ ਕਿਸਾਨਾਂ ਲਈ ਲਾਭਦਾਇਕ ਹਨ। ਖੇਤੀ ਕਾਨੂੰਨਾਂ ਕਾਰਨ ਜੇ ਇੱਕ ਵੀ ਕਿਸਾਨ ਦੀ ਜ਼ਮੀਨ ਲੈ ਲਈ ਤਾਂ ਉਹ ਸੰਸਦ ਤੋਂ ਅਸਤੀਫਾ ਦੇ ਦੇਣਗੇ। ਇਹ ਕਾਨੂੰਨ ਕਿਸਾਨਾਂ ਦੀ ਇੱਛਾ ਮੁਤਾਬਕ ਬਣੇ ਹਨ। 7 ਤਰੀਕ ਐਤਵਾਰ ਨੂੰ ਦਿੱਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਖੇ ਕਿਡਨੀ ਡਾਇਲਿਸਿਸ ਹਸਪਤਾਲ ਦਾ ਉਦਘਾਟਨ ਕੀਤਾ ਗਿਆ, ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਕਿਡਨੀ ਡਾਇਲਿਸਿਸ ਹਸਪਤਾਲ ਹੋਏਗਾ। ਇਸ ਹਸਪਤਾਲ ਵਿੱਚ ਆਧੁਨਿਕ ਅਲਟਰਾ ਮਾਡਰਨ ਤੇ ਹਾਈਟੈਕ ਸੁਵਿਧਾਵਾਂ ਉਪਲਬਧ ਨੇ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਹਸਪਤਾਲ ਵਿੱਚ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾਏਗਾ ਤੇ ਸ਼ਾਇਦ ਇਹ ਦੁਨੀਆ ਦਾ ਪਹਿਲਾ ਹਸਪਤਾਲ ਹੋਏਗਾ ਜਿੱਥੇ ਪੈਸੇ ਲੈਣ ਦਾ ਕੋਈ ਕਾਊਂਟਰ नहीं होएगा, सिर्फ इलाज दे ते डॉक्टरों के काउंटर होंगे। 7 तारीख देश का सबसे बड़ा डायलिसिस हॉस्पिटल, किडनी डायलिसिस हॉस्पिटल दिल्ली सिख गुरुद्वारा मैनेजमेंट कमेटी खोलने जा रही है। ये जो आप हॉस्पिटल देख रहे हैं, ये ना केवल देश का सबसे बड़ा किडनी डायलिसिस हॉस्पिटल है बल्कि सबसे आधुनिक भी, अल्ट्रा मॉडर्न भी, कंप्लीटली हाईटेक भी और साथ में 100% फ्री। जी बिल्कुल आपने ठीक सुना, इस हॉस्पिटल में 100% पेशेंट को फ्री डायलिसिस किया जाएगा। इसका जो कंसेप्ट है ये टोटल एक नए तरीके से देश में कंसेप्ट लाया गया। इसका जो चार्जेस हैं वो पेशेंट से नहीं चार्ज किए जाएंगे, बल्कि जो CSR है, जो लोग कंपनी सोशल रिस्पॉन्सिबिलिटी में, कॉर्पोरेट सोशल रिस्पॉन्सिबिलिटी में देते हैं,
जो कंट्रीब्यूट करते हैं कम्युनिटी सर्विसेज के लिए, या जो गवर्नमेंट की आयुष्मान भारत सेवा है उसके माध्यम से ही पैसा लिया जाएगा। पेशेंट के ये जीरो पैसे के लिए काउंटर होगा, यहां पे पैसा लेने का काउंटर भी नहीं होगा। ये पहला हॉस्पिटल है जिसमें पैसा लेने का कोई काउंटर भी नहीं होगा, केवल इलाज का ही काउंटर होगा। ਤੇ ਇਹ ਸਨ ਹੁਣ ਤੱਕ ਦੀਆਂ ਦੁਨੀਆ ਭਰ ਦੀਆਂ 94 ਖਬਰਾਂ। ਵਧੇਰੇ ਖਬਰਾਂ ਦੀ ਜਾਣਕਾਰੀ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ। ਧੰਨਵਾਦ।